ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 8ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਵਿਤਾ ਪੰਜਾਬ ਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕਵਿਤਾ ਕੀ ਹੈ। ਕਵਿਤਾ ਅਜਿਹੀ ਸ਼ਬਦ ਰਚਨਾ ਹੈ ਜਿਸ ਵਿੱਚ ਖਿਆਲ, ਜਜ਼ਬੇ, ਕਲਪਨਾ ਅਤੇ ਲੈਅ ਤਾਲ ਦਾ ਸੁਮੇਲ ਹੁੰਦਾ ਹੈ। ਕਵਿਤਾ ਵਿੱਚ ਮਨੁੱਖੀ ਜਜ਼ਬੇ ਸ਼ਬਦਾਂ ਦਾ ਜਾਮਾ ਪਹਿਨ ਕੇ ਕਿਸੇ ਸੁਰ ਤਾਲ ਵਿੱਚ ਗੂੰਜ ਉੱਠਦੇ ਹਨ। ਕਵਿਤਾ ਨੂੰ ਰੂਹਾਂ ਦੀ ਬੋਲੀ ਕਹਿੰਦੇ ਹਨ। ਪੰਜਾਬ ਕਵਿਤਾ ਆਧੁਨਿਕ ਕਵੀ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਹੈ। ਆਪ ਜੀ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿਤਾ ਸ੍ਰੀ ਪੋਹੂ ਮੱਲ ਦੇ ਘਰ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੀ ਕੁੱਖੋਂ ਹੋਇਆ। ਧਨੀ ਰਾਮ ਚਾਤ੍ਰਿਕ ਜੀ ਦੀ ਕਵਿਤਾ ਦੇ ਵਿੱਚ ਪੰਜਾਬ ਦਾ ਸੱਭਿਆਚਾਰ ਠਾਠਾਂ ਮਾਰਦਾ ਹੈ। ਪੰਜਾਬੀ ਬੋਲੀ ਨਾਲ ਪਿਆਰ ਵੀ ਫੁੱਟ ਪੈਂਦਾ ਹੈ। ਆਪ ਦੀ ਭਾਸ਼ਾ ਬਹੁਤ ਸਰਲ ਤੇ ਠੇਠ ਪੰਜਾਬੀ ਹੈ। ਪੰਜਾਬ ਕਵਿਤਾ ਵਿੱਚ ਆਪ ਨੇ ਪੰਜਾਬ ਦੀ ਮਹਾਨਤਾ, ਕੁਦਰਤੀ ਸੁੰਦਰਤਾ, ਸੱਭਿਆਚਾਰ ਅਤੇ ਬੋਲੀ ਦੀ ਮਹਿਮਾ ਨੂੰ ਬਿਆਨ ਕਰਦਿਆਂ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਹੁਣ ਅਸੀਂ ਕਵਿਤਾ ਨੂੰ ਪੜ੍ਹਾਂਗੇ ਵੀ ਅਤੇ ਨਾਲ ਔਖੇ ਸ਼ਬਦਾਂ ਦੇ ਅਰਥ ਅਤੇ ਕਾਵਿ ਸਤਰਾਂ ਦੀ ਵਿਆਖਿਆ ਵੀ ਕਰਾਂਗੇ। ਸ਼ੁਰੂ ਕਰਦੇ ਹਾਂ 8ਵੀਂ ਜਮਾਤ ਦੀ ਕਵਿਤਾ ਪੰਜਾਬ। ਕਵਿਤਾ ਹੈ। ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤੇਰੇ, ਜਲ ਪੌਣ ਤੇਰਾ, ਹਰਿਓਲ ਤੇਰੀ, ਦਰਿਆ ਪਰਬਤ ਮੈਦਾਨ ਤੇਰੇ। ਸਿਫਤ ਸ਼ਬਦ ਦਾ ਅਰਥ ਹੈ ਤਾਰੀਫ, ਵਡਿਆਈ, ਸੋਭਾ। ਤੇਰੀ ਦਾ ਅਰਥ ਹੈ ਤੇਰੀ। ਸ਼ਾਨਾਂ ਸ਼ਬਦ ਦਾ ਅਰਥ ਹੈ ਠਾਠ ਬਾਠ, ਸ਼ਾਨੋ ਸ਼ੌਕਤ। ਸਾਮਾਨ ਸ਼ਬਦ ਦਾ ਅਰਥ ਹੈ ਸਮੱਗਰੀ। ਹਰਿਓਲ ਸ਼ਬਦ ਦਾ ਅਰਥ ਹੈ ਹਰਿਆਵਲ। ਕਵੀ ਪੰਜਾਬ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਤੇਰੀ ਕੀ ਸਿਫਤ ਕਰੇ। ਤੇਰੀ ਸਾਰੀ ਸਮੱਗਰੀ ਹੀ ਸ਼ਾਨਾਂ ਵਾਲੀ ਹੈ। ਤੇਰਾ ਜਲ, ਤੇਰੀ ਹਵਾ, ਤੇਰੀ ਹਰਿਆਵਲ, ਤੇਰੇ ਦਰਿਆ, ਤੇਰੇ ਪਰਬਤ ਅਤੇ ਤੇਰੇ ਮੈਦਾਨ, ਇਹ ਸਭ ਤੇਰੀਆਂ ਸ਼ਾਨਾਂ ਦੀ ਸਮੱਗਰੀ ਹੈ। ਭਾਰਤ ਦੇ ਸਿਰ ਤੇ ਛਤਰ ਤੇਰਾ, ਤੇਰੇ ਸਿਰ ਛਤਰ ਹਿਮਾਲਾ ਦਾ, ਮੋਢੇ ਤੇ ਚਾਦਰ ਬਰਫਾਂ ਦੀ, ਸੀਨੇ ਵਿੱਚ ਸੇਕ ਜੁਆਲਾ ਦਾ। ਜੁਆਲਾ ਸ਼ਬਦ ਦਾ ਅਰਥ ਹੈ ਅੱਗ ਦੀ ਲਾਟ ਜਾਂ ਜੁਆਲਾਮੁਖੀ। ਕਵੀ ਧਨੀ ਰਾਮ ਚਾਤ੍ਰਿਕ ਪੰਜਾਬ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਭਾਰਤ ਦੇ ਸਿਰ ਤੇ ਤੇਰਾ ਪੰਜਾਬ ਰੂਪੀ ਛਤਰ ਹੈ ਅਤੇ ਤੇਰੇ ਆਪਣੇ ਸਿਰ ਤੇ ਹਿਮਾਲਾ ਰੂਪੀ ਛਤਰ ਹੈ। ਤੇਰੇ ਮੋਢੇ ਤੇ ਬਰਫਾਂ ਦੀ ਚਾਦਰ ਹੈ ਅਤੇ ਸੀਨੇ ਵਿੱਚ ਜੁਆਲਾਮੁਖੀ ਦਾ ਸੇਕ ਹੈ। ਖੱਬੇ ਹੱਥ ਬਰਸ਼ੀ ਜਮਨਾ ਦੀ, ਸੱਜੇ ਹੱਥ ਖੜਗ ਅਟਕਦਾ ਹੈ, ਪਿਛਵਾੜੇ ਬੰਦ ਚਟਾਨਾਂ ਦਾ, ਕੋਈ ਵੈਰੀ ਤੋੜ ਨਾ ਸਕਦਾ ਹੈ। ਬਰਸ਼ੀ ਸ਼ਬਦ ਦਾ ਅਰਥ ਹੈ ਛੋਟਾ ਬਰਸ਼ਾ ਜਾਂ ਨੇਜਾ। ਖੜਗ ਸ਼ਬਦ ਦਾ ਅਰਥ ਹੈ ਤਲਵਾਰ। ਬੰਦ ਸ਼ਬਦ ਦਾ ਅਰਥ ਹੈ ਬੰਦਸ਼ ਜਾਂ ਅਟਕਾ। ਚਟਾਨ ਸ਼ਬਦ ਦਾ ਅਰਥ ਹੈ ਵੱਡਾ ਪੱਥਰ। ਪੰਜਾਬ ਨੂੰ ਸੰਬੋਧਨ ਕਰਦਾ ਹੋਇਆ ਕਵੀ ਕਹਿੰਦਾ ਹੈ
कि तेरे खब्बे हत्थ जमुना रूपी बरछी है अते सज्जे हत्थ विच अटक दरिया रूपी तलवार है। तेरे पिछले पासे चट्टानां दा अटका है, जिस नूं कोई भी दुश्मन तोड़ नहीं सकदा। भाव पंजाब दे दरिया अते पहाड़ इस दी सुरक्षा करते हैं। अरशी बरकत रूं वांग उतर चांदी दे ढेर लगांदी है। चांदी ढल के विछदी है ते सोना बनदी जांदी है। अरशी शब्द का अर्थ है आसमानी जां रब्बी जां अलोकार। बरकत शब्द का अर्थ है वाधा जां तरक्की। कवि कहता है कि पंजाब विच जदों अरशी बरकत रूं वांग हेठां उतरदी है तां इंज लगदा है जिवें चांदी दे ढेर लग गए होण। भाव आसमान तो रूं वांग डिगदी बर्फ रूपी चांदी दे ढेर लग जाते हैं। जद यह बर्फ रूपी चांदी ढल के भाव पानी बन के खेतां विच विछदी है तां फसल रूपी सोना बनती जाती है। इन्हां सतरां विच कवि ये कहना चाहुंदा है कि पंजाब दी धरती फसलां दे रूप विच सोना पैदा करती है। तू अंदरों बाहरों निग्घा है, ना गर्मी है ना पाला है, ना बाहर कोई दिखलावा है, ना अंदर काला काला है। पंजाब दे प्रसंग विच कवि आखदा है कि ओह अंदरों बाहरों निग्घा है। इत्थे कवि पंजाब दे कण कण विचले निग दा जिक्र करदा है। इत्थे गर्मी अते पाले दा कोई अनुभव नहीं हुंदा। पंजाब दे लोग बाहरी दिखावा नहीं करते, ना ही उन्हां दा अंदर काला है। भाव पंजाबियां दे दिलां विच किसे लई कुड़त्तन जां नफरत नहीं हुंदी। जोबन विच झलक जलाली है, नैना विच मटक निराली है, हिक्कां विच हिम्मत आली है, चेहरे ते गिठ गिठ लाली है। जोबन शब्द का अर्थ है जवानी। जलाली शब्द का अर्थ है तेजस्वी जां प्रतापी। मटक शब्द का अर्थ है नजाकत जां नखरा। निराली शब्द का अर्थ है अनोखी। हिक का अर्थ है सीना। आली शब्द का अर्थ है वड्डी जां उच्ची। गिठ गिठ लाली का अर्थ है बहुत ज़्यादा खुशी होनी। कवि कहता है कि पंजाब दे लोकां दी जवानी विच जलाल दी झलक है। इन्हां दियां अखां विच अनोखी नजाकत है, नखरा है। इन्हां दे सीने विच वड्डी हिम्मत है, दलेरी है। इन्हां दे चेहरिਆਂ ते गिठ गिठ लाली भाव खुशी दिखाई दिंदी है। क्या चूड़े बीड़े फबदे ने जोबन मतियां मुटियारां दे, जद पाण मधानी चाटी विच तद शोर उठन कमकारां दे। बीड़े शब्द का अर्थ है धागे दे बने हुए बटन। फबदे शब्द का अर्थ है सजदे जां सोहणे लगदे। जोबन मतियां का अर्थ है जवानी दे नशे विच चूर। कमकारा शब्द का अर्थ है चाटी विच मधानी फिरन दी आवाज़। कवि कहता है कि जवानी दे नशे विच चूर पंजाब दियां मुटियारां दे चूड़े अते बीड़े भाव बटन खूब सोहणे लगदे हन। जद मुटियारां दुੱਧ रिड़कण लई चाटी विच मधानी पाउंदियां हन तां मधानी दे घूमण दी आवाज़ सुनाई दिंदी है। कोई तुंबदी है, कोई कतदी है, कोई पींदी है, कोई छड़दी है, कोई सिउंदी, कोई परोंदी है, कोई वेलां बूटे कढदी है।
ਤੁੰਬਦੀ ਸ਼ਬਦ ਦਾ ਅਰਥ ਹੈ ਰੂੰ ਤੁੰਬਦੀ। ਛੱਡਦੀ ਸ਼ਬਦ ਦਾ ਅਰਥ ਹੈ ਛਿਲਕਾ ਲਾਉਣ ਲਈ ਮੂਹਲੇ ਨਾਲ ਅਨਾਜ ਕੁੱਟਣਾ। ਕਵੀ ਕਹਿੰਦਾ ਹੈ ਕਿ ਪੰਜਾਬ ਦੀ ਕੋਈ ਮੁਟਿਆਰ ਰੂੰ ਤੁੰਬਦੀ ਹੈ ਅਤੇ ਕੋਈ ਚਰਖਾ ਕੱਤਦੀ ਹੈ, ਕੋਈ ਚੱਕੀ ਵਿੱਚ ਦਾਣੇ ਪੀਂਦੀ ਹੈ ਅਤੇ ਕੋਈ ਛਿਲਕਾ ਲਾਹੁਣ ਲਈ ਮੂਹਲੇ ਨਾਲ ਅਨਾਜ ਕੁੱਟਦੀ ਹੈ। ਕੋਈ ਮੁਟਿਆਰ ਸਿਉਣ ਪਰੋਣ ਦਾ ਕੰਮ ਕਰਦੀ ਹੈ ਅਤੇ ਕੋਈ ਵੇਲਾਂ ਬੂਟੇ ਭਾਵ ਕਸੀਦਾ ਕੱਢਦੀ ਹੈ। ਪਿੱਪਲਾਂ ਦੀ ਛਾਵੇਂ ਪੀਂਘਾਂ ਨੂੰ ਕੁੱਦ ਕੁੱਦ ਕੇ ਮਸਤੀ ਚੜ੍ਹਦੀ ਹੈ। ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇੱਕ ਛੱਡਦੀ ਹੈ ਇੱਕ ਫੜਦੀ ਹੈ। ਮਸਤੀ ਸ਼ਬਦ ਦਾ ਅਰਥ ਹੈ ਸਰੂਰ ਜਾਂ ਖੁਮਾਰੀ ਜਾਂ ਲੋਰ। ਟੁੰਬਦਾ ਸ਼ਬਦ ਦਾ ਅਰਥ ਹੈ ਛੇੜਦਾ ਜਾਂ ਹਿਲਾਉਂਦਾ। ਕਵੀ ਕਹਿੰਦਾ ਹੈ ਕਿ ਪੰਜਾਬ ਦੀਆਂ ਮੁਟਿਆਰਾਂ ਪਿੱਪਲਾਂ ਦੀ ਛਾਵੇਂ ਪੀਂਘਾਂ ਝੂਟਦੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹਨਾਂ ਪੀਂਘਾਂ ਨੂੰ ਕੁੱਦ ਕੁੱਦ ਮਸਤੀ ਚੜ੍ਹਦੀ ਹੈ। ਜਦ ਜੋਸ਼ ਇਹਨਾਂ ਮੁਟਿਆਰਾਂ ਦੀ ਜਵਾਨੀ ਨੂੰ ਟੁੰਬਦਾ ਹੈ ਤਾਂ ਕੋਈ ਪੀਂਘ ਨੂੰ ਛੱਡਦੀ ਹੈ ਅਤੇ ਕੋਈ ਪੀਂਘ ਨੂੰ ਫੜਦੀ ਹੈ। ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ। ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ। ਇਲਾਹੀ ਸ਼ਬਦ ਦਾ ਅਰਥ ਹੈ ਰੱਬੀ। ਲੋਹੜਾ ਸ਼ਬਦ ਦਾ ਅਰਥ ਹੈ ਗਜਬ ਹੋਣਾ ਜਾਂ ਤੂਫਾਨ ਜਾਂ ਕਹਿਰ ਜਾਂ ਹੜ੍ਹ। ਬਿਰਹਾ ਸ਼ਬਦ ਦਾ ਅਰਥ ਹੈ ਜੁਦਾਈ ਜਾਂ ਵਿਛੋੜਾ। ਕਵੀ ਪੰਜਾਬ ਦੀ ਸਿਫਤ ਕਰਦਾ ਹੋਇਆ ਕਹਿੰਦਾ ਹੈ ਕਿ ਜਦ ਰਾਤ ਦਾ ਚਾਨਣ ਖਿੜਿਆ ਹੁੰਦਾ ਹੈ ਤਾਂ ਕੋਈ ਰੱਬੀ ਰਾਗ ਛਿੜਿਆ ਮਹਿਸੂਸ ਹੁੰਦਾ ਹੈ। ਇਸ ਸਮੇਂ ਜਿਵੇਂ ਗਿੱਧੇ ਨੂੰ ਲੋਹੜਾ ਆਉਂਦਾ ਹੈ ਅਤੇ ਜੋਬਨ ਤੇ ਬਿਰਹਾ ਭਾਵ ਜਵਾਨੀ ਤੇ ਵਿਛੋੜਾ ਆਪਸ ਵਿੱਚ ਭਿੜਦੇ ਹਨ। ਵੰਜਲੀ ਵਹਿਣਾਂ ਵਿੱਚ ਰੁੜ੍ਹਦੀ ਹੈ, ਜਦ ਤੂੰਬਾ ਸਿਰ ਤੁਣਿਆਂਦਾ ਹੈ। ਮਿਰਜ਼ਾ ਪਿਆ ਘੂਕਾਂ ਛੱਡਦਾ ਹੈ ਤੇ ਵਾਰਸ ਹੀਰ ਸੁਣਾਉਂਦਾ ਹੈ। ਵੰਜਲੀ ਸ਼ਬਦ ਦਾ ਅਰਥ ਹੈ ਬੰਸਰੀ। ਵਹਿਣਾ ਸ਼ਬਦ ਦਾ ਅਰਥ ਹੈ ਖਿਆਲ ਜਾਂ ਸੋਚਾਂ। ਤੁਣਿਆਂਦਾ ਸ਼ਬਦ ਦਾ ਅਰਥ ਹੈ ਟੁਣਕਾਰ ਪੈਦਾ ਕਰਨਾ। ਕਵੀ ਧਨੀ ਰਾਮ ਚਾਤ੍ਰਿਕ ਕਹਿੰਦਾ ਹੈ ਕਿ ਜਦੋਂ ਤੂੰਬਾ ਟੁਣਕਾਰ ਪੈਦਾ ਕਰਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਵੰਜਲੀ ਆਪਣੇ ਖਿਆਲਾਂ ਜਾਂ ਸੋਚਾਂ ਵਿੱਚ ਰੁੜ੍ਹਦੀ ਜਾਂਦੀ ਹੋਵੇ। ਮਿਰਜ਼ਾ ਸਾਹਿਬਾਂ ਦੀ ਲੋਕ ਕਥਾ ਦਾ ਨਾਇਕ ਮਿਰਜ਼ਾ ਘੂਕਾਂ ਛੱਡਦਾ ਹੈ ਅਤੇ ਵਾਰਸ ਜਿਵੇਂ ਹੀਰ ਸੁਣਾਉਂਦਾ ਹੈ। ਭਾਵ ਬੰਸਰੀ ਅਤੇ ਤੂੰਬੇ ਵਰਗੇ ਸਾਜ਼ ਗੀਤਾਂ ਦੇ ਬੋਲਾਂ ਦੇ ਪ੍ਰਭਾਵ ਨੂੰ ਵਧਾਉਂਦੇ ਹਨ। ਖੂਹਾਂ ਤੇ ਟਿਚ ਟਿਚ ਹੁੰਦੀ ਹੈ, ਖੇਤਾਂ ਵਿੱਚ ਹੱਲ ਪਏ ਧੱਸਦੇ ਨੇ। ਪੱਤੇ ਛਾਹ ਵੇਲੇ ਢੁਕਦੇ ਨੇ, ਹਾਲੀ ਤੱਕ ਤੱਕ ਕੇ ਹੱਸਦੇ ਨੇ। ਟਿਚ ਟਿਚ ਦਾ ਅਰਥ ਹੈ ਘੋੜੇ ਨੂੰ ਹੱਕਣ ਦੀ ਆਵਾਜ਼। ਧੱਸਦੇ ਸ਼ਬਦ ਦਾ ਅਰਥ ਹੈ ਖੁੱਭਦੇ। ਪੱਤਾ ਸ਼ਬਦ ਦਾ ਅਰਥ ਹੈ ਖੇਤਾਂ ਵਿੱਚ ਲਿਆਂਦਾ ਭੋਜਨ। ਛਾਹ ਵੇਲਾ ਆਪਾਂ ਸਵੇਰ ਦੇ ਭੋਜਨ ਨੂੰ ਕਹਿੰਦੇ ਹਾਂ। ਕਵੀ ਪੰਜਾਬ ਦੇ ਸੱਭਿਆਚਾਰ ਦੀ ਮਹਾਨਤਾ ਨੂੰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਖੂਹਾਂ ਤੇ ਟਿਚ ਟਿਚ ਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਖੇਤਾਂ ਵਿੱਚ ਹੱਲ ਖੁੱਭਦੇ ਹਨ। ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕਿਸਾਨ ਬਲਦਾਂ ਨਾਲ ਆਪਣੇ ਖੇਤਾਂ ਵਿੱਚ ਹੱਲ ਵਾਹੁੰਦੇ ਹਨ ਤਾਂ ਹੱਲ ਜ਼ਮੀਨ ਦੇ ਵਿੱਚ ਧੱਸਦੇ ਹਨ, ਖੁੱਭਦੇ ਹਨ। ਜਦੋਂ ਖੇਤਾਂ ਵਿੱਚ ਹੱਲ ਵਾਹੁੰਦੇ ਹਾਲੀਆਂ ਲਈ ਛਾਹ ਵੇਲੇ ਦਾ ਭੱਤਾ ਪੁੱਜਦਾ ਹੈ ਤਾਂ ਹਾਲੀ ਦੇਖ ਦੇਖ ਹੱਸਦੇ ਹਨ, ਖੁਸ਼ ਹੁੰਦੇ ਹਨ। ਤੇਰੀ ਮਾਖਿਓਂ ਮਿੱਠੀ ਬੋਲੀ ਦੀ ਸਿਫਤ ਕਰਦਿਆਂ ਜੀ ਨਾ ਰੱਜਦਾ ਹੈ। ਉਰਦੂ ਹਿੰਦੀ ਦਿਆਂ ਸਾਜ਼ਾਂ ਵਿੱਚ
ਸੁਰ ਤਾਲ ਤੇਰਾ ਹੀ ਵੱਜਦਾ ਹੈ। ਮਾਖਿਓ ਸ਼ਬਦ ਦਾ ਅਰਥ ਹੈ ਸ਼ਹਿਦ। ਸੁਰ ਤਾਲ ਸ਼ਬਦ ਦਾ ਅਰਥ ਹੈ ਰਾਗ ਜਾਂ ਲੈਅ। ਪੰਜਾਬ ਦੀ ਮਿੱਠੀ ਬੋਲੀ ਦੀ ਸਿਫਤ ਕਰਦਿਆਂ ਹੋਇਆਂ ਕਵੀ ਧਨੀ ਰਾਮ ਚਾਤ੍ਰਿਕ ਕਹਿੰਦਾ ਹੈ ਕਿ ਪੰਜਾਬ ਦੀ ਸ਼ਹਿਦ ਵਰਗੀ ਮਿੱਠੀ ਬੋਲੀ ਦੀ ਸਿਫਤ ਕਰਦਿਆਂ ਜੀ ਨਹੀਂ ਰੱਜਦਾ। ਉਰਦੂ ਅਤੇ ਹਿੰਦੀ ਦਿਆਂ ਸਾਜ਼ਾਂ ਵਿੱਚ ਪੰਜਾਬ ਦਾ ਹੀ ਸੁਰ ਤਾਲ ਵੱਜਦਾ ਸੁਣਾਈ ਦਿੰਦਾ ਹੈ। ਭਾਵ ਪੰਜਾਬੀ ਭਾਸ਼ਾ ਹੀ ਗੂੰਜਦੀ ਨਜ਼ਰ ਆਉਂਦੀ ਹੈ। ਵਸੇ ਰਸੇ ਘਰ-ਬਾਰ ਤੇਰਾ, ਜੀਵੇ ਜਾਗੇ ਪਰਿਵਾਰ ਤੇਰਾ, ਮਸਜਿਦ ਮੰਦਿਰ ਦਰਬਾਰ ਤੇਰਾ, ਮੀਆਂ ਲਾਲਾ ਸਰਦਾਰ ਤੇਰਾ। ਪੰਜਾਬ ਨੂੰ ਅਸੀਸ ਦਿੰਦਾ ਹੋਇਆ ਕਵੀ ਧਨੀ ਰਾਮ ਚਾਤ੍ਰਿਕ ਕਹਿੰਦਾ ਹੈ ਕਿ ਤੇਰਾ ਘਰ-ਬਾਰ ਵਸਦਾ ਰਹੇ। ਭਾਵ ਪੰਜਾਬ ਦੇ ਲੋਕ ਵਸਦੇ ਰਸਦੇ ਰਹਿਣ, ਤੇਰਾ ਪਰਿਵਾਰ ਜਿਉਂਦਾ ਜਾਗਦਾ ਰਹੇ। ਮਸਜਿਦ ਨੂੰ ਮੰਨਣ ਵਾਲੇ ਮੀਆਂ, ਮੰਦਰ ਨੂੰ ਮੰਨਣ ਵਾਲੇ ਲਾਲਾ ਅਤੇ ਦਰਬਾਰ ਨੂੰ ਮੰਨਣ ਵਾਲੇ ਸਰਦਾਰ ਜਿਉਂਦੇ ਜਾਗਦੇ ਰਹਿਣ। ਭਾਵ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਵਸਦੇ ਰਸਦੇ ਰਹਿਣ। ਦੁਨੀਆ ਸਾਰੀ ਵੀ ਸੋਹਣੀ ਹੈ ਪਰ ਤੇਰਾ ਰੰਗ ਨਿਆਰਾ ਹੈ, ਤੇਰੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ। ਨਿਆਰਾ ਸ਼ਬਦ ਦਾ ਅਰਥ ਹੈ ਅਨੋਖਾ ਜਾਂ ਵੱਖਰਾ। ਕਵੀ ਚਾਤ੍ਰਿਕ ਕਹਿੰਦਾ ਹੈ ਕਿ ਉਂਝ ਤਾਂ ਸਾਰੀ ਦੁਨੀਆ ਹੀ ਸੋਹਣੀ ਹੈ ਪਰ ਪੰਜਾਬ ਦਾ ਰੰਗ ਵੱਖਰਾ, ਅਨੋਖਾ ਤੇ ਨਿਆਰਾ ਹੈ। ਇਹਦੀ ਮਿੱਟੀ ਦਾ ਬਣਿਆ ਕੋਠਾ ਵੀ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ। ਤੇਰੇ ਜ਼ਰੇ ਜ਼ਰੇ ਅੰਦਰ ਅਪਣੱਤ ਜਹੀ ਕੋਈ ਵਸਦੀ ਹੈ, ਤੇਰੀ ਗੋਦੀ ਵਿੱਚ ਬਹਿੰਦਿਆਂ ਹੀ ਦੁਨੀਆ ਦੀ ਚਿੰਤਾ ਨੱਸਦੀ ਹੈ। ਜ਼ਰੇ ਜ਼ਰੇ ਦਾ ਅਰਥ ਹੈ ਕਣ-ਕਣ ਵਿੱਚ। ਅਪਣੱਤ ਸ਼ਬਦ ਦਾ ਅਰਥ ਹੈ ਆਪਣਾਪਨ। ਕਵੀ ਕਹਿੰਦਾ ਹੈ ਕਿ ਪੰਜਾਬ ਦੇ ਕਣ-ਕਣ ਵਿੱਚ ਆਪਣਾਪਨ ਵਸਦਾ ਹੈ, ਤੇਰੀ ਗੋਦ ਵਿੱਚ ਬਹਿੰਦਿਆਂ ਹੀ ਦੁਨੀਆ ਦੀ ਚਿੰਤਾ ਖਤਮ ਹੋ ਜਾਂਦੀ ਹੈ। ਦਰਗਾਹੀ ਸੱਦੇ ਆ ਗਏ ਨੇ, ਸਾਮਾਨ ਤਿਆਰ ਸਫ਼ਰ ਦਾ ਹੈ, ਪਰ ਤੇਰੇ ਬੂਹਿਓਂ ਹਿੱਲਣ ਨੂੰ ਚਾਤ੍ਰਿਕ ਦਾ ਜੀ ਨਹੀਂ ਕਰਦਾ ਹੈ। ਦਰਗਾਹੀ ਸ਼ਬਦ ਦਾ ਅਰਥ ਹੈ ਰੱਬ ਦੀ ਦਰਗਾਹ ਦੇ। ਸਾਨੂੰ ਸਭ ਨੂੰ ਪਤਾ ਹੈ ਕਿ ਇੱਕ ਨਾ ਇੱਕ ਦਿਨ ਅਸੀਂ ਸਭ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ, ਪਰ ਰੱਬ ਬੰਨ੍ਹ ਕੇ ਲੈ ਜਾਂਦਾ ਹੈ। ਕਿਸੇ ਵੀ ਇਨਸਾਨ ਦਾ ਇਸ ਦੁਨੀਆ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਕਵੀ ਕਹਿੰਦਾ ਹੈ ਕਿ ਦੁਨੀਆ ਨੂੰ ਛੱਡ ਜਾਣ ਲਈ ਰੱਬ ਦੀ ਦਰਗਾਹ ਦੇ ਸੱਦੇ ਆ ਗਏ ਹਨ। ਸਫ਼ਰ ਦੀ ਪੂਰੀ ਤਿਆਰੀ ਹੈ, ਪਰ ਪੰਜਾਬ ਦੇ ਬੂਹੇ ਤੋਂ ਹਿੱਲਣ ਭਾਵ ਇੱਥੋਂ ਚਲੇ ਜਾਣ ਨੂੰ ਕਵੀ ਚਾਤ੍ਰਿਕ ਦਾ ਦਿਲ ਨਹੀਂ ਕਰਦਾ ਹੈ। ਸੋ ਇਹ ਸੀ ਪੰਜਾਬ ਕਵਿਤਾ ਜੋ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਹੈ। ਹੁਣ ਅਸੀਂ ਕਵਿਤਾ ਦੇ ਵਿੱਚੋਂ ਕੁਝ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਪੰਜਾਬ ਕਵਿਤਾ ਵਿੱਚ ਕਵੀ ਨੇ ਪੰਜਾਬ ਦੀ ਭੂਗੋਲਿਕ ਹਾਲਤ ਨੂੰ ਕਿਵੇਂ ਬਿਆਨ ਕੀਤਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਕਵੀ ਪੰਜਾਬ ਦੀ ਭੂਗੋਲਿਕ ਹਾਲਤ ਨੂੰ ਬਿਆਨਦਾ ਇੱਥੋਂ ਦੇ ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਦਾ ਜ਼ਿਕਰ ਕਰਦਾ ਹੈ। ਉਹ ਕਹਿੰਦਾ ਹੈ ਕਿ ਭਾਰਤ ਦੇ ਸਿਰ ਤੇ ਪੰਜਾਬ ਰੂਪੀ ਛਤਰ ਹੈ ਤੇ ਇਸੇ ਤਰ੍ਹਾਂ ਪੰਜਾਬ ਦੇ ਸਿਰ ਤੇ ਹਿਮਾਲਾ ਦਾ ਛਤਰ ਹੈ। ਪੰਜਾਬ ਦੇ ਮੋਢੇ ਤੇ ਬਰਫ਼ਾਂ ਦੀ ਚਾਦਰ ਅਤੇ ਸੀਨੇ ਵਿੱਚ ਜਵਾਲਾਮੁਖੀ ਦਾ ਸੇਕ ਹੈ। ਪੰਜਾਬ ਦੇ ਖੱਬੇ ਹੱਥ ਜਮਨਾ ਰੂਪੀ ਬਰਸ਼ੀ ਅਤੇ ਸੱਜੇ ਹੱਥ ਅਟਕ ਦਰਿਆ ਹੈ। ਪਿਛਲੇ ਪਾਸੇ ਚਟਾਨਾਂ ਹਨ ਜਿਨ੍ਹਾਂ ਨੂੰ ਕੋਈ ਵੀ ਦੁਸ਼ਮਣ ਤੋੜ ਨਹੀਂ ਸਕਦਾ। ਅਗਲਾ ਪ੍ਰਸ਼ਨ ਹੈ,
ਕਵੀ ਪੰਜਾਬ ਦੀਆਂ ਮੁਟਿਆਰਾਂ ਦੀ ਸਿਫਤ ਕਿਵੇਂ ਕਰਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਪੰਜਾਬ ਦੀਆਂ ਮੁਟਿਆਰਾਂ ਦੀ ਸਿਫਤ ਕਰਦਾ ਕਵੀ ਦੱਸਦਾ ਹੈ ਕਿ ਪੰਜਾਬ ਦੀਆਂ ਜੋਬਨਮੱਤੀਆਂ ਮੁਟਿਆਰਾਂ ਦੇ ਚੂੜੇ ਅਤੇ ਬੀੜੇ ਖੂਬ ਫੱਬਦੇ ਹਨ। ਦੁੱਧ ਰਿੜਕਣ ਲਈ ਜਦ ਉਹ ਚਾਟੀ ਵਿੱਚ ਮਧਾਣੀ ਪਾਉਂਦੀਆਂ ਹਨ ਤਾਂ ਮਧਾਣੀ ਦੇ ਘੁੰਮਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਅਗਲਾ ਪ੍ਰਸ਼ਨ ਹੈ ਘਰੇਲੂ ਕੰਮ ਕਾਜ ਕਰਦੀਆਂ ਪੰਜਾਬਣਾਂ ਦਾ ਦ੍ਰਿਸ਼ ਵਰਣਨ ਕਿਵੇਂ ਕੀਤਾ ਗਿਆ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਘਰੇਲੂ ਕੰਮ ਕਾਜ ਕਰਦੀਆਂ ਪੰਜਾਬਣਾਂ ਦਾ ਦ੍ਰਿਸ਼ ਵਰਣਨ ਕਰਦਾ ਕਵੀ ਦੱਸਦਾ ਹੈ ਕਿ ਕੋਈ ਰੂੰ ਤੁੰਬਦੀ ਹੈ ਤੇ ਕੋਈ ਚਰਖਾ ਕੱਤਦੀ ਹੈ, ਕੋਈ ਚੱਕੀ ਪੀਂਦੀ ਹੈ ਤੇ ਕੋਈ ਮੂਹਲੇ ਨਾਲ ਅਨਾਜ ਦੇ ਦਾਣੇ ਕੁੱਟਦੀ ਹੈ, ਕੋਈ ਸਿਉਣ ਪਰੋਣ ਦਾ ਕੰਮ ਕਰਦੀ ਹੈ ਅਤੇ ਕੋਈ ਕਸੀਦਾ ਕੱਢਦੀ ਹੈ। ਅਗਲਾ ਪ੍ਰਸ਼ਨ ਹੈ ਵਿਹਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਵਿਹਲੇ ਸਮੇਂ ਮੁਟਿਆਰਾਂ ਪਿੱਪਲਾਂ ਦੀ ਛਾਵੇਂ ਪੀਂਘਾਂ ਝੂਟਦੀਆਂ ਅਤੇ ਰਾਤ ਨੂੰ ਚੰਨ ਦੀ ਚਾਨਣੀ ਵਿੱਚ ਗਿੱਧਾ ਪਾਉਂਦੀਆਂ ਹਨ। ਦੂਸਰੇ ਪਾਸੇ ਤੂੰਬੇ ਦੀ ਟੁਨਕਾਰ ਤੇ ਵਹਿਣਾਂ ਵਿੱਚ ਰੁੜਦੀ ਵੰਝਲੀ ਪੰਜਾਬੀਆਂ ਦੇ ਵਿਹਲੇ ਸਮੇਂ ਵਿੱਚ ਉਹਨਾਂ ਦਾ ਮਨੋਰੰਜਨ ਕਰਦੀ ਹੈ। ਹੁਣ ਅਸੀਂ ਪੰਜਾਬ ਕਵਿਤਾ ਬਾਰੇ ਕੁਝ ਬਹੁਵਿਕਲਪੀ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ ਪੰਜਾਬ ਕਵਿਤਾ ਦੇ ਕਵੀ ਦਾ ਨਾਂ ਦੱਸੋ। ਨੰਬਰ 1 ਪ੍ਰੋਫੈਸਰ ਮੋਹਨ ਸਿੰਘ, ਨੰਬਰ 2 ਫਿਰੋਜ਼ਦੀਨ ਸ਼ਰਫ, ਨੰਬਰ 3 ਲਾਲਾ ਧਨੀ ਰਾਮ ਚਾਤ੍ਰਿਕ, ਨੰਬਰ 4 ਅੰਮ੍ਰਿਤਾ ਪ੍ਰੀਤਮ। ਲਾਲਾ ਧਨੀ ਰਾਮ ਚਾਤ੍ਰਿਕ। ਅਗਲਾ ਪ੍ਰਸ਼ਨ ਹੈ ਪੰਜਾਬ ਦੇ ਮੋਢਿਆਂ ਤੇ ਕਾਹਦੀ ਚਾਦਰ ਹੈ? ਨੰਬਰ 1 ਬਰਫ਼ਾਂ ਦੀ, ਨੰਬਰ 2 ਖੁਸ਼ੀਆਂ ਦੀ, ਨੰਬਰ 3 ਦੁੱਖਾਂ ਦੀ ਜਾਂ ਨੰਬਰ 4 ਹਾਸਿਆਂ ਦੀ। ਬਰਫ਼ਾਂ ਦੀ। ਪੰਜਾਬ ਦੇ ਮੋਢਿਆਂ ਤੇ ਬਰਫ਼ਾਂ ਦੀ ਚਾਦਰ ਹੈ। ਅਗਲਾ ਪ੍ਰਸ਼ਨ ਹੈ ਪੰਜਾਬ ਕਵਿਤਾ ਵਿੱਚ ਆਏ ਸਮਾਸੀ ਸ਼ਬਦ ਚੁਣੋ। ਨੰਬਰ 1 ਗਿੱਠ ਗਿੱਠ, ਨੰਬਰ 2 ਟਿੱਚ ਟਿੱਚ, ਨੰਬਰ 3 ਚੂੜੇ ਬੀੜੇ, ਨੰਬਰ 4 ਜੋਬਨਮੱਤੀਆਂ, ਨੰਬਰ 5 ਉਪਰੋਕਤ ਸਾਰੇ। ਉਪਰੋਕਤ ਸਾਰੇ, ਸਾਰੇ ਸ਼ਬਦ ਹੀ ਸਮਾਸੀ ਸ਼ਬਦ ਹਨ। ਅਗਲਾ ਪ੍ਰਸ਼ਨ ਹੈ ਧੁਨਿਆਂਦਾ ਸ਼ਬਦ ਦਾ ਕੀ ਅਰਥ ਹੈ? ਨੰਬਰ 1 ਘੋੜੇ ਆਦਿ ਨੂੰ ਹੱਕਣ ਦੀ ਆਵਾਜ਼, ਨੰਬਰ 2 ਖੇਤਾਂ ਵਿੱਚ ਲਿਆਂਦਾ ਭੋਜਨ, ਨੰਬਰ 3 ਸਰੂਰ ਵਿੱਚ ਆਉਣਾ, ਨੰਬਰ 4 ਟੁਨਕਾਰ ਪੈਦਾ ਕਰਨਾ। ਟੁਨਕਾਰ ਪੈਦਾ ਕਰਨਾ। ਅਗਲਾ ਪ੍ਰਸ਼ਨ ਹੈ ਕਵੀ ਅਨੁਸਾਰ ਪੰਜਾਬੀਆਂ ਦੇ ਦਿਲ ਵਿੱਚ ਕੀ ਨਹੀਂ ਹੈ? ਨੰਬਰ 1 ਪਿਆਰ, ਨੰਬਰ 2 ਕੁੜੱਤਣ, ਨੰਬਰ 3 ਮਿਠਾਸ ਜਾਂ ਨੰਬਰ 4 ਦਿਲ। ਕੁੜੱਤਣ। ਅਗਲਾ ਪ੍ਰਸ਼ਨ ਹੈ ਕਵਿਤਾ ਅਨੁਸਾਰ ਪੰਜਾਬ ਦੀਆਂ ਮੁਟਿਆਰਾਂ ਦੁੱਧ ਰਿੜਕਣ ਲਈ ਕਿਸ ਵਿੱਚ ਮਧਾਣੀ ਪਾਉਂਦੀਆਂ ਹਨ? ਨੰਬਰ 1 ਚਾਟੀ ਵਿੱਚ, ਨੰਬਰ 2 ਪਤੀਲੇ ਵਿੱਚ, ਨੰਬਰ 3 ਪਾਣੀ ਵਿੱਚ, ਨੰਬਰ 4 ਦੁੱਧ ਵਿੱਚ। ਚਾਟੀ ਵਿੱਚ।
ਅਗਲਾ ਪ੍ਰਸ਼ਨ ਹੈ, ਕਵੀ ਅਨੁਸਾਰ ਪੰਜਾਬੀ ਭਾਸ਼ਾ ਦਾ ਸੁਰ ਤਾਲ ਹੋਰ ਕਿਹੜੀਆਂ ਭਾਸ਼ਾਵਾਂ ਵਿੱਚ ਵੱਜਦਾ ਹੈ? ਹਿੰਦੀ ਵਿੱਚ, ਉਰਦੂ ਵਿੱਚ, ਫਾਰਸੀ ਵਿੱਚ ਜਾਂ ਊੜਾ ਅਤੇ ਐੜਾ ਦੋਵੇਂ, ਭਾਵ ਹਿੰਦੀ ਅਤੇ ਉਰਦੂ ਭਾਸ਼ਾ ਵਿੱਚ? ਊੜਾ ਅਤੇ ਐੜਾ ਦੋਵੇਂ। ਅਗਲਾ ਪ੍ਰਸ਼ਨ ਹੈ, ਪੰਜਾਬ ਦੀਆਂ ਮੁਟਿਆਰਾਂ ਚੱਕੀ ਵਿੱਚ ਕੀ ਪੀਂਦੀਆਂ ਹਨ? ਦਾਣੇ ਪੀਂਦੀਆਂ ਹਨ, ਚੌਲ ਪੀਂਦੀਆਂ ਹਨ, ਰੂੰ ਪੀਂਦੀਆਂ ਹਨ ਜਾਂ ਗੰਨਾ ਪੀਂਦੀਆਂ ਹਨ? ਦਾਣੇ। ਅਗਲਾ ਪ੍ਰਸ਼ਨ ਹੈ, ਕਵੀ ਧਨੀ ਰਾਮ ਚਾਤ੍ਰਿਕ ਜੀ ਦਾ ਕਿਸ ਦੇ ਬੂਹੇ ਤੋਂ ਹਿੱਲਣ ਨੂੰ ਦਿਲ ਨਹੀਂ ਕਰਦਾ? ਗੁਆਂਢੀ ਦੇ ਬੂਹੇ ਤੋਂ, ਪੰਜਾਬ ਦੇ ਬੂਹੇ ਤੋਂ, ਮਾਂ ਦੇ ਬੂਹੇ ਤੋਂ ਜਾਂ ਭਰਾ ਦੇ ਬੂਹੇ ਤੋਂ? ਪੰਜਾਬ ਦੇ ਬੂਹੇ ਤੋਂ। ਸੋ ਇਹ ਸੀ 8ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਵੀ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਕਵਿਤਾ ਪੰਜਾਬ, ਜਿਸ ਵਿੱਚ ਕਵੀ ਨੇ ਪੰਜਾਬ ਦੀ ਭੂਗੋਲਿਕ ਹਾਲਤ, ਪੰਜਾਬ ਦੀ ਕੁਦਰਤੀ ਸੁੰਦਰਤਾ, ਪੰਜਾਬੀਆਂ ਦਾ ਖੁੱਲ੍ਹਾ ਡੁੱਲਾ ਸੁਭਾਅ, ਪੰਜਾਬ ਦੀਆਂ ਮੁਟਿਆਰਾਂ ਦੀ ਸਿਫਤ, ਘਰੇਲੂ ਕੰਮ-ਕਾਜ ਕਰਦੀਆਂ ਪੰਜਾਬਣਾਂ ਦਾ ਦ੍ਰਿਸ਼, ਪੰਜਾਬੀ ਸੱਭਿਆਚਾਰ ਅਤੇ ਮਾਖਿਓ ਮਿੱਠੀ ਬੋਲੀ ਦੀ ਮਹਿਮਾ ਨੂੰ ਬਿਆਨ ਕੀਤਾ ਹੈ। ਧੰਨਵਾਦ।